ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਥੋੜੀ ਆਪਣਾ ਜੋ ਸਿਸਟਮ ਲਗਾਇਆ ਹੈ ਉਸ ਦੇ ਵਿੱਚ ਖਰਾਬੀ ਆਈ ਹੈ। ਸੋ ਆਪਾਂ ਅੱਜ ਇੱਦਾਂ ਹੀ ਸਿੱਧਾ ਹੀ ਵਿਚਾਰ ਕਰਾਂਗੇ, ਸਿੱਧੀ, ਜੋ ਕਿ ਮੋਬਾਈਲ ਦੁਆਰਾ ਹੀ ਜੋ ਆਵਾਜ਼ ਆਏਗੀ, ਜੋ ਕਿ ਫੋਨ ਦਾ ਮਾਈਕ ਹੈ। ਸੋ ਜੇ ਆਵਾਜ਼ ਘੱਟ ਆਉਂਦੀ ਹੋਈ ਥੋੜ੍ਹਾ ਦੱਸ ਦੇਣਾ ਕਮੈਂਟ ਕਰਕੇ। ਕੋਸ਼ਿਸ਼ ਕਰਾਂਗੇ ਕਿ ਥੋੜ੍ਹਾ ਉੱਚੀ ਬੋਲਾਂ। ਆਓ ਇੱਕ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਤੇ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਸਤਿਗੁਰਾਂ ਦੀ ਬਾਣੀ ਕੱਲ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਉਕਤ ਸਿਆਣਪ ਇਸ ਤੇ ਕਛ ਨਾਹੇ, ਕਰ ਕਿਰਪਾ ਨਾਨਕ ਗੁਣ ਗਾਹੇ। ਅਨਿਕ ਬੰਧਨ ਤੋਰੇ ਨਹੀਂ ਜਾਹੇ, ਸਿਮਰਤ ਨਾਮ ਮੁਕਤ ਫਲ ਪਾਹੇ। ਵੀ ਮਨ ਨੂੰ ਜਿਹੜੇ ਅਨੇਕਾਂ ਬੰਧਨ ਪਏ ਨੇ, ਆਪਾਂ ਆਪਣੇ ਆਪ ਨਹੀਂ ਇਸ ਨੂੰ ਤੋੜ ਸਕਦੇ, ਪਰ ਮਾਲਕ ਕਿਰਪਾ ਕਰਦਾ ਹੈ, ਉਹਦੇ ਸਿਮਰਨ ਦੁਆਰਾ ਮੁਕਤੀ ਦਾ ਫਲ ਪ੍ਰਾਪਤ ਹੁੰਦਾ, ਮੁਕਤ ਫਲ ਸਾਨੂੰ ਪ੍ਰਾਪਤ ਹੁੰਦਾ ਹੈ। ਆਪਣੀ ਸਿਆਣਪ ਉਕਤ ਸਿਆਣਪ ਇਸ ਤੇ ਕਛ ਨਾਹੇ, ਕਰ ਕਿਰਪਾ ਨਾਨਕ ਗੁਣ ਗਾਹੇ। ਆਪ ਕਿਰਪਾ ਕਰਦਾ ਹੈ, ਫਿਰ ਉਸ ਦਾ ਜਨ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ। ਆਪਣੀ ਸਿਆਣਪ ਦੇ ਨਾਲ ਉਸ ਪ੍ਰਭੂ ਦੇ ਗੁਣ ਨਹੀਂ ਗਾਏ ਜਾਂਦੇ, ਉਸ ਪ੍ਰਭੂ ਦੀ ਵਿਚਾਰ ਨਹੀਂ ਕੀਤੀ ਜਾਂਦੀ, ਜੋ ਕਿ ਕੀ ਹੈ ਗੁਣ, ਕਿ ਉਸ ਪ੍ਰਭੂ ਨੂੰ ਮਿਲਾਪ ਦਾ ਜਿਹੜਾ ਗੁਰ ਹੈ ਉਹ ਆਪਣੀ ਮੱਤ ਦੁਆਰਾ ਨਹੀਂ ਦਿੱਤਾ ਜਾਂਦਾ, ਉਹ ਮਾਲਕ ਦੀ ਦਇਆ ਦੇ ਨਾਲ ਹੀ ਦਿੱਤਾ ਜਾਂਦਾ ਹੈ। ਇਹ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਜੇ ਸ਼ਬਦ ਹੈ, ਰਾਹੋ ਪੰਕਤੀਆਂ ਨੇ, ਬੜ ਭਾਗੀ ਹਰ ਕੀਰਤਨ ਗਾਈਐ, ਪਾਰ ਬ੍ਰਹਮ ਤੂੰ ਦੇ ਤਾਂ ਪਾਈਐ। ਬੜ ਭਾਗੀ ਨੇ ਜਿਹੜੇ ਹਰੀ ਦਾ ਕੀਰਤਨ ਗਾਉਂਦੇ ਨੇ, ਪਰ ਕਦੋਂ ਗਾਉਂਦੇ ਨੇ? ਜਦੋਂ ਆਪ ਮਾਲਕ ਇਹ ਦਾਤ ਬਖਸ਼ਿਸ਼ ਕਰਦਾ ਹੈ। ਕੋਈ ਵਿਰਲਾ ਇਸ ਕੀਰਤਨ ਨੂੰ ਕਰਦਾ ਹੈ ਜਿੱਥੇ ਸਿਰਫ ਇੱਕ ਹੀ ਗਿਆਨ ਦੇਣਾ ਹੁੰਦਾ ਹੈ, ਓਅੰਕਾਰ ਦਾ। ਓਅੰਕਾਰ ਏਕ ਧੁਨ ਏਕਾ, ਏਕੋ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੈ, ਏਕੋ ਰਹਿਆ ਵਿਆਪੈ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ। ਇੱਕ ਹੀ ਸੇਵਾ ਹੈ, ਇੱਕ ਹੀ ਸੁਰਤੀ ਹੈ ਸਾਰਿਆਂ ਦੇ ਅੰਦਰ, ਤੇ ਪਰ ਉਹ ਗੁਰ ਤੋਂ ਸੋਝੀ ਆਉਂਦੀ ਹੈ। ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ।
ਵੀ ਉਹ ਭਲਾ ਹੈ ਜਿਹੜਾ ਰਾਮ ਨੂੰ ਰਮਦਾ ਹੈ ਪਹਿਲਾਂ, ਫਿਰ ਰਾਮ ਦੇ ਗੁਣ ਗਾਉਂਦਾ ਹੈ, ਪਰ ਕਿਸੇ ਮਾਇਆ ਦੇ ਧੰਦੇ ਵਾਸਤੇ ਨਹੀਂ, ਉਸ ਪ੍ਰਭੂ ਦੀ ਖੁਸ਼ੀ ਦੇ ਵਾਸਤੇ। ਐਸੇ ਕੀਰਤਨ ਜਿਹੜੇ ਨੇ ਕੋਈ ਵਿਰਲੇ ਜੀਵ ਕਰਦੇ ਨੇ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਜਦੋਂ ਆ ਪਰਮੇਸ਼ਰ ਦਿੰਦਾ ਹੈ, ਫਿਰ ਇਹ ਕੀਰਤਨ ਗਾਇਆ ਜਾਂਦਾ ਹੈ। ਠਾਕੁਰ ਆਪਣਾ ਜੋ ਜਨ ਪਾਇਆ, ਕੋਟ ਮਦੇ ਕਿਨੇ ਕੀਰਤਨ ਗਾਇਆ। ਕਰੋੜਾਂ ਦੇ ਵਿੱਚ ਕੋਈ ਜੀਵ ਹੈ ਜਿਹੜਾ ਉਸ ਪ੍ਰਭੂ ਨੂੰ ਪਾ ਜਾਂਦਾ ਹੈ, ਉਹ ਇੱਕ ਕੀਰਤਨ ਗਾਉਂਦਾ ਹੈ। ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ ਤੇ ਕੀਰਤਨ ਇੱਕ। ਜਿੱਥੇ ਸਾਧੂ ਜਨ ਨੇ ਉੱਥੇ ਇੱਕ ਹੀ ਕੀਰਤਨ ਹੈ, ਗੁਰ ਤੇ ਗਿਆਨ ਦਾ। ਇੱਕ ਹੀ ਓਂਕਾਰ ਦੀ ਧੁਨ, ਇੱਕੋ ਸੁਰਤੀ ਹੈ, ਇੱਕ ਦਾ ਗਿਆਨ ਦਿੱਤਾ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਆਓ ਸ਼ਬਦ ਸ਼ੁਰੂ ਕਰਦੇ ਹਾਂ। ਥਾਤੀ ਪਾਈ ਹਰ ਕੋ ਨਾਮ, ਵਿਚਰ ਸੰਸਾਰ ਪੂਰਨ ਸਭ ਕੰਮ। ਜਦੋਂ ਇਹ ਵਸਤ ਪ੍ਰਾਪਤ ਹੋ ਜਾਂਦੀ ਉਸ ਪ੍ਰਭੂ ਤੋਂ, ਹਰੀ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਫਿਰ ਜੀਵ ਸੰਸਾਰ 'ਚ ਵਿਚਰਦਾ ਹੈ ਜਿਵੇਂ, ਪਰ ਨਾਲ ਨਾਲ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਸਾਰੇ ਕਾਰਜ ਪੂਰਨ ਹੋ ਜਾਂਦੇ ਨੇ। ਉਸ ਜੀਵ ਦੇ ਵੀ ਹੋ ਜਾਂਦੇ ਨੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ। ਉਹਨਾਂ ਦਾ ਵੀ ਜੋ ਕਾਰਜ ਆਪਾਂ ਸੰਸਾਰ ਵਿੱਚ ਕਰਨ ਵਾਸਤੇ ਆਏ ਹਾਂ, ਗੋਬਿੰਦ ਨੂੰ ਭਜਨ ਦਾ, ਉਹਨਾਂ ਦਾ ਵੀ ਉਹ ਪੂਰਨ ਹੋ ਜਾਂਦਾ ਹੈ। ਕਿਉਂਕਿ ਜਿਹੜੇ ਆਪਣਾ ਕਾਰਜ ਪੂਰਾ ਕਰ ਲੈਂਦੇ ਨੇ, ਉਹ ਫਿਰ ਸੰਸਾਰ 'ਚ ਵਿਚਰ ਕੇ ਦੂਜਿਆਂ ਨੂੰ ਵੀ ਇਹ ਗਿਆਨ ਦਿੰਦੇ ਨੇ। ਹਰ ਕੇ ਚਰਨ ਹਿਰਦਾ ਉਰ ਧਾਰ, ਭਵ ਸਾਗਰ ਚੜ ਉਤਰੈ ਪਾਰ। ਜਦੋਂ ਐਸੇ ਜਨਾਂ ਦਾ ਸੰਗ ਕਰਦੇ ਹਾਂ, ਗੁਰ ਦਾ ਗਿਆਨ ਲੈ ਕੇ ਹਿਰਦੇ ਵਿੱਚ ਵਸਾ ਲੈਂਦੇ ਹਾਂ, ਫਿਰ ਭਵ ਸਾਗਰ ਨੂੰ ਪਾਰ ਹੋ ਜਾਂਦੇ ਹਾਂ ਗੁਰ ਦੇ ਸ਼ਬਦ ਦੁਆਰਾ। ਭਵ ਸਾਗਰ ਚੜ ਉਤਰੈ ਪਾਰ। ਗੁਰ ਦੇ ਗਿਆਨ ਨੂੰ, ਹਰੀ ਦੇ ਚਰਨਾਂ ਨੂੰ ਜਦੋਂ ਆਪਾਂ ਬੇੜਾ ਬਣਾ ਲੈਂਦੇ ਹਾਂ ਤੇ ਭਵ ਸਾਗਰ ਨੂੰ ਪਾਰ ਕਰ ਜਾਈਦਾ ਹੈ, ਗਿਆਨ ਦੇ ਬੇੜੇ ਤੇ ਚੜ ਕੇ। ਪਰ ਕਿਉਂ? ਜਿਨ੍ਹਾਂ ਤੇ ਆਪ ਕਿਰਪਾ ਕਰਦਾ, ਜਿਨ੍ਹਾਂ ਨੂੰ ਇਹ ਵਸਤੂ ਪ੍ਰਾਪਤ ਹੁੰਦੀ ਹੈ। ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਇਸ ਕਰਕੇ ਸਮਝਾਉਂਦੇ ਨੇ ਵੀ ਸਾਰੇ ਹੀ ਜੀਵ ਸਾਧੂ ਦਾ ਸੰਗ ਕਰੋ, ਜਿਹਦੇ ਨਾਲ ਫਿਰ ਸਾਨੂੰ ਸਦਾ ਸਾਡਾ ਕਲਿਆਣ ਹੈ। ਜਨਮ ਮਰਨ ਦਾ ਦੁੱਖ ਨਹੀਂ ਲੱਗੇਗਾ, ਦੁਬਾਰਾ ਭਵ ਸਾਗਰ ਦੇ ਵਿੱਚ ਡੁੱਬਣਾ ਨਹੀਂ ਪਏਗਾ, ਗੋਤੇ ਨਹੀਂ ਖਾਣੇ ਪੈਣਗੇ, 84 ਲੱਖ ਜੂਨ ਨੂੰ ਨਹੀਂ ਭੋਗਣਾ ਪਏਗਾ। ਜੇ ਸਾਧੂ ਦਾ ਸੰਗ ਕਰਕੇ ਆਪਾਂ ਹਰੀ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰ ਲਈਏ, ਵਸਾ ਲਈਏ। ਪ੍ਰੇਮ ਭਗਤ ਭਜ ਗੁਣੀ ਨਿਧਾਨ, ਨਾਨਕ ਦਰਗਹਿ ਪਾਈਐ ਮਨ। ਹੁਣ ਜਿਹੜੇ ਉਸ ਪ੍ਰਭੂ ਦੇ ਨਾਲ ਪ੍ਰੇਮ ਪਾਉਂਦੇ ਨੇ, ਪ੍ਰੇਮ ਭਗਤੀ ਕਰਦੇ ਨੇ, ਉਹਨਾਂ ਨੂੰ ਫਿਰ ਇਹ ਖਜ਼ਾਨਾ ਦਿੰਦਾ ਹੈ ਮਾਲਕ ਗੁਣਾਂ ਦਾ, ਤੇ ਉਹ ਫਿਰ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਕਰਦੇ ਨੇ। ਕਿਵੇਂ ਪ੍ਰਾਪਤ ਹੁੰਦਾ ਇਹ ਸਾਰਾ ਹੀ, ਇਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ ਕਿ ਜਦੋਂ ਅਸੀਂ ਉਸ ਦੀ ਸੇਵਾ ਕਰਦੇ ਹਾਂ, ਜਿਹੜਾ ਥਾਪਿਆ ਨਹੀਂ ਜਾ ਸਕਦਾ, ਕੀਤਾ ਨਹੀਂ ਹੁੰਦਾ, ਜਿਹੜਾ ਆਪਣੇ ਆਪ ਪੈਦਾ ਹੋਇਆ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿਹੜੇ ਉਸ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ, ਉਹਨਾਂ ਨੂੰ ਇੱਕ ਖਜ਼ਾਨਾ ਮਿਲਦਾ ਹੈ ਗੁਣਾਂ ਦਾ, ਤੇ ਉਹ ਗੁਣ ਗਾਉਂਦੇ ਨੇ।
ਤੇ ਜਿਹੜੇ ਸੁਣਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਪਾਓ। ਜਿਹੜੇ ਗਾਉਂਦੇ ਨੂੰ ਸੁਣ ਕੇ ਮਨ ਦੇ ਵਿੱਚ ਭਾਉ ਕਰਦੇ ਨੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਉਹਦਾ ਮਨ ਦੁੱਖਾਂ ਦੇ ਸੰਸਾਰ ਤੋਂ ਨੂੰ ਛੱਡ ਕੇ ਸੁੱਖਾਂ ਦੇ ਘਰ ਦਰਗਾਹ ਦਾ ਵਾਸੀ ਬਣ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਮਾਣ ਹੈ, ਮਿਲਦਾ ਹੈ, ਜਿਹੜੇ ਪ੍ਰੇਮਾ ਭਗਤੀ ਆਪ ਕਰਦੇ ਨੇ ਤੇ ਦੂਜਿਆਂ ਨੂੰ ਦੱਸਦੇ ਨੇ ਕਿਵੇਂ ਆਪਾਂ ਪ੍ਰੇਮ ਦੇ ਨਾਲ ਉਸ ਪ੍ਰਭੂ ਨੂੰ ਪਾਉਣਾ ਹੈ। ਕਿਉਂਕਿ ਸਿਰਫ ਤੇ ਸਿਰਫ ਇੱਕ ਹੀ ਰਸਤਾ ਹੈ, ਜਿਹੜਾ ਇੱਕ ਹੀ ਉਪਾਅ ਹੈ ਜਿਸ ਨਾਲ ਆਪਾਂ ਮਾਲਕ ਨੂੰ, ਪਰਮੇਸ਼ਰ ਨੂੰ ਪਾ ਸਕਦੇ ਹਾਂ, ਆਪਣੇ ਪਿਆਰ ਦੇ ਬੰਧਨ ਵਿੱਚ ਬੰਧ ਸਕਦੇ ਹਾਂ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਜੋ ਦਸਮ ਪਾਤਸ਼ਾਹ ਜੀ ਦੀ ਬਾਣੀ ਹੈ ਸਵਈਆਂ ਦੀ, ਜਿਸ ਵਿੱਚ ਆਪਾਂ ਪੜ੍ਹਦੇ ਹਾਂ, ਸਾਚ ਕਹੂੰ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਜਿਹੜਾ ਪ੍ਰੇਮ ਕਰਦਾ ਉਹੀ ਉਸ ਪ੍ਰਭੂ ਨੂੰ ਪਾਉਂਦਾ ਹੈ, ਦੂਜਾ ਨਹੀਂ ਪਾ ਸਕਦਾ। ਆਓ ਅਗਲਾ ਸ਼ਬਦ ਆਪਾਂ ਵਿਚਾਰਦੇ ਹਾਂ। ਗੌੜੀ ਰਾਗ ਦੇ ਵਿੱਚ ਫਿਰ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹਾਉ ਪੰਕਤੀਆਂ ਨੇ। ਊਠਤ ਸੋਵਤ ਹਰ ਸੰਗ ਪਹਿਰੂਆ। ਚਾਹੇ ਆਪਾਂ ਸੁੱਤੇ ਹਾਂ, ਚਾਹੇ ਜਾਗਦੇ ਹਾਂ, ਤੁਰਦੇ ਫਿਰਦੇ ਹਾਂ, ਕੁਛ ਵੀ ਕਰਦੇ ਹਾਂ, ਹਰ ਸਮੇਂ ਮਾਲਕ ਸਾਡੇ ਪੈਰੇ ਤੇ ਸਾਨੂੰ ਪਾਲ ਰਿਹਾ ਹੈ। ਕਿਉਂਕਿ ਸਵਾਸ ਸਾਨੂੰ ਕੌਣ ਦੇ ਰਿਹਾ ਹੈ? ਆਪ ਪ੍ਰਭੂ। ਚਾਹੇ ਅਸੀਂ ਜਾਗਦੇ ਹਾਂ, ਚਾਹੇ ਅਸੀਂ ਸੁੱਤੇ ਹਾਂ, ਚਾਹੇ ਅਸੀਂ ਕਰਮ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਸਦਾ ਹੀ ਸਾਡੇ ਪੈਰੇ ਤੇ ਸਦਾ ਹੀ ਹਜ਼ੂਰ ਰਹਿ ਕੇ ਸਾਨੂੰ ਪਾਲ ਰਿਹਾ ਹੈ, ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ, ਜੋ ਕਿ ਸਾਨੂੰ ਹੋਰ ਨਹੀਂ ਦੇ ਸਕਦਾ। ਉਹ ਚੁੱਕਦਾ ਨਹੀਂ, ਦੇਂਦਾ ਰਹਿੰਦਾ। ਦੇਂਦਾ ਰਹੇ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੈ। ਨਾ ਕਿਸੇ ਕੋਲ ਇਹ ਗੁਣ ਹੈਗਾ ਤੇ ਨਾ ਕਿਸੇ ਕੋਲ ਹੋਏਗਾ, ਕਿਉਂਕਿ ਇੱਕ ਪਰਮੇਸ਼ਰ ਹੀ ਹੈ ਜੋ ਸਾਨੂੰ ਜੀਵਤ ਰੱਖਦਾ ਹੈ, ਜੋ ਸਾਨੂੰ ਪਾਲਣਹਾਰ ਹੈ। ਇਸ ਕਰਕੇ ਸਮਝਾਉਂਦੇ ਨੇ, ਜਾ ਕੇ ਸਿਮਰਨ ਜਮ ਨਹੀਂ ਡਰੂਆ। ਵੀ ਐਸਾ ਪ੍ਰਭੂ ਜਿਹੜਾ ਸਦਾ ਹੀ ਸਾਡੇ ਪੈਰੇ ਤੇ ਹੈ, ਹਾਜ਼ਰ ਹਜ਼ੂਰ ਹੈ। ਜੇ ਅਸੀਂ ਐਸੇ ਪ੍ਰਭੂ ਦਾ ਸਿਮਰਨ ਕਰੀਏ ਫਿਰ ਸਾਨੂੰ ਜਮਾਂ ਦਾ ਡਰ ਨਹੀਂ ਹੈ। ਕਿਉਂਕਿ ਜਮ ਕਦੋਂ ਆਉਂਦੇ ਨੇ? ਜਦੋਂ ਅਸੀਂ ਮਾਲਕ ਤੋਂ ਵਿਛੜੇ ਹਾਂ, ਜਦੋਂ ਅਸੀਂ ਉਸ ਨੂੰ ਜਾਣਿਆ ਨਹੀਂ ਹੈ, ਜਦੋਂ ਅਸੀਂ ਉਸ ਦਾ ਆਸਰਾ ਲੈ ਲਿਆ, ਓਟ ਆਸਰਾ ਉਸ ਪ੍ਰਭੂ ਦਾ ਲੈ ਲਿਆ ਜਿਸ ਨੇ ਜਮ ਵੀ ਜਿਸ ਦੇ ਪੈਦਾ ਕੀਤੇ ਹੋਏ ਨੇ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ, ਜਿਨ ਇਹ ਜਮੂਆ ਸਿਰਜਿਆ ਸੋ ਜਪਿਓ ਪਰਵਤਗਾਰ। ਵੈਸੇ ਤਾਂ ਉਹਦੇ ਨਾਲ ਜੁੜ ਗਏ ਜਿਹਨੇ ਇਹ ਜਮ ਪੈਦਾ ਕੀਤੇ ਨੇ। ਜਦੋਂ ਅਸੀਂ ਉਸ ਪ੍ਰਭੂ ਦੇ ਹੋ ਜਾਂਦੇ ਫਿਰ ਜਮਾਂ ਦਾ ਡਰ ਖਤਮ ਹੋ ਜਾਂਦਾ ਹੈ, ਕਿਉਂਕਿ ਆਪ ਪੈਰੇ ਤੇ ਹੋ ਜਾਂਦਾ ਹੈ ਪ੍ਰਭੂ। ਜਿਵੇਂ ਆਪਾਂ ਸਵੇਰੇ ਜਾਗਦੇ ਹਾਂ, ਸਭ ਤੋਂ ਪਹਿਲਾਂ ਕਿਸ ਨੂੰ ਦੇਖਦੇ ਹਾਂ? ਉਸ ਪ੍ਰਭੂ ਨੂੰ, ਪਰਮੇਸ਼ਰ ਨੂੰ। ਸਭ ਤੋਂ ਪਹਿਲਾਂ ਆਪਾਂ ਜਦੋਂ ਇਸ ਕਰਮ ਦੇ ਵਿੱਚ ਇਸ ਕੱਪੜੇ ਨੂੰ ਪਹਿਨਦੇ ਹਾਂ, ਜੋ ਕਿ ਮਾਇਆ ਦਾ ਕੱਪੜਾ ਹੈ, ਜੋ ਕਰਮ ਵਾਸਤੇ ਆਪਾਂ ਨੂੰ ਮਿਲਿਆ ਹੈ, ਤੇ ਸਭ ਤੋਂ ਪਹਿਲਾਂ ਸਾਨੂੰ ਨਜ਼ਰ ਕੀ ਆਉਂਦਾ ਹੈ? ਮੁਕਤੀ ਦਾ ਦੁਆਰਾ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕੇ ਵਜਾਣੀਆਂ ਸਭ ਆਪੇ ਸਚਿਆਰ। ਫਿਰ ਸਭ ਤੋਂ ਪਹਿਲਾਂ ਉਸ ਪ੍ਰਭੂ ਦੇ ਹੀ ਦਰਸ਼ਨ ਹੁੰਦੇ ਨੇ। ਫਿਰ ਡਰ ਖਤਮ ਹੋ ਜਾਂਦਾ ਹੈ ਜਮਾਂ ਦਾ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਜਲ ਥਲ ਮਹੀਅਲ ਪੂਰਨ ਹਰਮੀਤ। ਜਦੋਂ ਪ੍ਰਗਟ ਹੋ ਜਾਂਦਾ ਹੈ ਫਿਰ ਸਦਾ ਪੈਰੇ ਤੇ ਦਿਸਦਾ ਹੈ। ਫਿਰ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਹੀਅਲ ਵਿੱਚ ਹੈ, ਜਦ ਧਰਤੀ ਤੋਂ ਲੈ ਕੇ ਅਸਮਾਨ ਦੇ ਵਿੱਚ ਹਰ ਥਾਂ ਤੇ ਹੈ। ਕੌਣ ਹੈ? ਜੋ ਪਰਮੇਸ਼ਰ ਹੈ, ਪੂਰਨ ਹੈ, ਹਰੀ। ਉਹ ਮਿੱਤਰ ਜਦੋਂ ਪ੍ਰਗਟ ਹੋ ਜਾਂਦਾ, ਜਦੋਂ ਹੁੰਦਾ ਕਦੇ ਹੈ? ਜਦੋਂ
ਅਸੀਂ ਉਹਦੇ ਨਾਲ ਪ੍ਰੇਮ ਪਾਉਂਦੇ ਹਾਂ, ਪ੍ਰੇਮਾ ਭਗਤੀ ਕਰਦੇ ਹਾਂ, ਫਿਰ ਉਹ ਸਾਡੇ ਹਰ ਵਕਤ ਹੀ ਸਾਡੇ ਸਾਹਮਣੇ ਰਹਿੰਦਾ ਹੈ। ਪਰਮ ਬਿਨ ਸੇ ਗਾਏ ਗੁਣ ਨੀਤ। ਭਰਮ ਖਤਮ ਹੋ ਜਾਂਦਾ ਹੈ ਕਿਉਂਕਿ ਪ੍ਰਗਟ ਹੀ ਹੋ ਗਿਆ, ਤੇ ਫਿਰ ਇਹ ਖਜ਼ਾਨਾ ਬਖਸ਼ਦਾ ਹੈ ਗੁਣਾਂ ਦਾ। ਫਿਰ ਨਿਤ ਉਸ ਦੇ ਗੁਣ ਗਾਉਂਦਾ ਹੈ ਜੀ, ਜਿਸ ਨੂੰ ਦਇਆ ਕਰਦਾ ਹੈ। ਚਰਨ ਕਮਲ ਪ੍ਰਭ ਹਿਰਦੈ ਨਿਵਾਸ। ਪ੍ਰਭੂ ਦੇ ਚਰਨ ਕਮਲ ਗੁਰ ਨਾਮ ਜੋ ਹੈ, ਹਿਰਦੇ ਦੇ ਵਿੱਚ ਜਦੋਂ ਵਸ ਜਾਂਦਾ ਹੈ, ਹਿਰਦੇ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਸਗਲ ਦੁੱਖ ਕਾ ਹੋਇਆ ਨਾਸ। ਜਿਹੜੇ ਦੁੱਖ ਨੇ ਮਨ ਨੂੰ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਇੱਥੇ ਸਰੀਰਕ ਦੁੱਖਾਂ ਦੀ ਗੱਲ ਨਹੀਂ ਹੈ, ਇਹ ਆਪਾਂ ਸਮਝ ਲੈਣਾ ਹੈ, ਕਿਉਂਕਿ ਜੋ ਗੁਰਬਾਣੀ ਹੈ ਉਹ ਮਨ ਨੂੰ ਜਿਹੜੇ ਦੁੱਖ ਲੱਗੇ ਨੇ, ਕਿਉਂਕਿ ਸਰੀਰਕ ਦੁੱਖ ਤਾਂ ਬਹੁਤ ਛੋਟੇ ਨੇ, ਜਿਹੜੇ ਮਨ ਨੂੰ 84 ਲੱਖ ਜੂਨਾਂ ਦੇ ਵਿੱਚ ਨਰਕ ਭੋਗਣੇ ਪੈਂਦੇ ਨੇ। ਕਿਉਂਕਿ ਮਨੁੱਖਾ ਦੇਹੀ ਤੋਂ ਬਾਅਦ ਮਨੁੱਖ ਹੈ ਇੱਕ ਜਿਸ ਦੇ ਕੋਲ ਗਿਆਨ ਹੈ, ਜਿਸ ਦੇ ਕੋਲ ਦੱਸਣ ਦੀ ਸ਼ਕਤੀ ਹੈ, ਬੋਲਣ ਦੀ ਇੱਕ ਜੀਭਾ ਦਿੱਤੀ ਹੈ, ਆਪਣਾ ਦੁੱਖ ਦੱਸ ਸਕਦਾ ਹੈ, ਜਾ ਕੇ ਡਾਕਟਰ ਤੋਂ ਦਵਾਈ ਲੈ ਸਕਦਾ ਹੈ। ਲੇਕਿਨ ਹੋਰ ਸਾਰੇ ਜੀਵ ਨੇ ਜਿਹੜੇ ਉਹ ਬਿਆਨ ਨਹੀਂ ਕਰ ਸਕਦੇ ਦੁੱਖ, ਉਹ ਜਾ ਕੇ ਡਾਕਟਰ ਨੂੰ ਬਿਮਾਰੀ ਨਹੀਂ ਦੱਸ ਸਕਦੇ। ਜੇ ਕੋਈ ਐਸੇ ਜੀਵਾਂ ਨੂੰ ਜਿਨमें ਕੋਈ ਪਾਲਤੂ ਪਸ਼ੂ ਨੇ ਆਪਣੇ ਕੁਛ, ਆਪਾਂ ਦੇਖਦੇ ਕਿ ਬਿਮਾਰ ਹੈ, ਆਪਾਂ ਉਸ ਦਾ ਇਲਾਜ ਕਰਵਾ ਦਿੰਦੇ ਹਾਂ। ਲੇਕਿਨ ਜਿਹੜੇ ਅਵਾਰਾ ਨੇ ਉਹਨਾਂ ਦਾ ਕੋਈ ਇਲਾਜ ਨਹੀਂ ਕਰਵਾਉਂਦਾ, ਜਿਵੇਂ ਜੰਗਲ ਦੇ ਵਿੱਚ ਨੇ, ਉਹ ਫਿਰ ਸਾਰੇ ਦੁੱਖ ਭੋਗਦੇ ਨੇ। ਇਸ ਕਰਕੇ ਸਮਝਾਉਂਦੇ ਨੇ ਆਪਾਂ ਨੂੰ ਵੀ ਫਿਰ ਜਿਹੜੇ ਮਨ ਦੇ ਦੁੱਖ ਉਹ ਖਤਮ ਹੋ ਜਾਂਦੇ ਨੇ ਜਦੋਂ ਉਸ ਪ੍ਰਭੂ ਦਾ ਜਿਹੜੇ ਚਰਨ ਨੇ, ਨਾਮ ਹੈ, ਹਿਰਦੇ ਵਿੱਚ ਵਸ ਜਾਂਦਾ ਹੈ। ਸਾਰੇ ਦੁੱਖਾਂ ਦਾ ਨਾਸ ਹੋ ਗਿਆ, ਸਗਲ ਦੁੱਖ ਕਾ ਹੋਇਆ ਨਾਸ। ਆਸਾ ਮਾਨ ਤਾਨ ਤਨ ਏਕ। ਆਸਾ ਮਾਨ, ਤਾਨ ਆਸਰਾ, ਮਾਨ ਉਸਦਾ ਮਾਨ, ਪ੍ਰਭੂ ਦਾ ਓਟ ਆਸਰਾ, ਤੇ ਆਸਾ ਉਸੇ ਦੀ, ਇੱਕ ਪ੍ਰਭੂ ਦੀ, ਤੇ ਇਹ ਤਨ ਜਿਹੜਾ ਹੈ ਨਾਮ ਤਨ। ਇੱਕ ਮਾਲਕ ਨੂੰ ਜਦੋਂ ਅਸੀਂ ਜਾਣ ਲੈਂਦੇ ਹਾਂ, ਸਾਰਾ ਕੁਛ ਹੀ ਫਿਰ ਉਸੇ ਦਾ ਅਸੀਂ ਆਸਰਾ ਉਸੇ ਦਾ ਤੱਕਦੇ ਹਾਂ। ਤਨ ਉਸੇ ਦਾ ਦਿੱਤਾ ਹੈ ਜੋ ਸੱਚਾ ਤਨ ਹੈ, ਤੇ ਉਸੇ ਦੇ ਉੱਤੇ ਅਸੀਂ ਮਾਣ ਵੀ ਕਰਦੇ ਹਾਂ, ਉਸੇ ਦੀ ਆਸਾ ਕਰਦੇ ਹਾਂ। ਸਾਚੇ ਸ਼ਾਹ ਕੀ ਮਨ ਮੈਂ ਟੇਕ। ਕਿਉਂਕਿ ਉਹ ਮਾਲਕ ਸੱਚਾ ਸ਼ਾਹ ਹੈ, ਉਸ ਦੀ ਟੇਕ ਮਨ ਦੇ ਵਿੱਚ ਰੱਖਦੇ ਹਾਂ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੀ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਉਸੇ ਦੀ ਟੇਕ ਮਨ ਦੇ ਵਿੱਚ ਰੱਖਦਾ ਹੈ ਜੀਵ, ਕਿਉਂਕਿ ਉਹ ਹੀ ਸੱਚਾ ਸ਼ਾਹ ਹੈ। ਉਸੇ ਦਾ ਦਰਬਾਰ ਵੱਡਾ ਵੱਡਾ ਤੇਰਾ ਦਰਬਾਰ, ਉਸ ਪ੍ਰਭੂ ਦਾ ਦਰਬਾਰ ਵੱਡਾ ਹੈ। ਮਹਾ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇ ਹੱਥ। ਆਪ ਜਦੋਂ ਅਸੀਂ ਆਪਣੇ ਆਪ ਨੂੰ ਨਿਮਾਣੇ ਨਿਤਾਣੇ ਸਮਝਦੇ ਹਾਂ, ਆਪਣੇ ਆਪ ਨੂੰ ਗਰੀਬ ਸਮਝਦਾ ਹੈ ਜੀਵ, ਆਪਣੇ ਆਪ ਨੂੰ ਅਨਾਥ ਸਮਝਦਾ ਹੈ। ਕਿਸ ਕਰਕੇ? ਮਨ ਕਰਕੇ। ਕਿਉਂਕਿ ਤਨ ਕਰਕੇ ਜੇ ਅਸੀਂ, ਸਾਡੇ ਕੋਲ ਸਾਰਾ ਕੁਛ ਵੀ ਹੈ, ਧਨ ਦੌਲਤ ਵੀ ਹੈ, ਸਾਡੇ ਕੋਲ ਮਾਤਾ ਪਿਤਾ ਵੀ ਨੇ, ਸਾਰਾ ਕੁਛ ਹੈ, ਪਰ ਇਹ ਸਿਰਫ ਲੋਕ ਤੱਕ ਸਾਡਾ ਆਸਰਾ ਬਣਦੇ ਨੇ। ਇਸ ਲੋਕ ਤੋਂ ਅੱਗੇ ਇਹ ਸਾਡੀ ਮਦਦ ਨਹੀਂ ਕਰ ਸਕਦੇ। ਨਾ ਧਨ ਜਾ ਸਕਦਾ ਹੈ, ਨਾ ਇਹ ਮਾਤਾ ਪਿਤਾ, ਕੋਈ ਵੀ ਸਾਡਾ ਸਾਥ ਨਹੀਂ ਦਿੰਦਾ। ਇਸ ਕਰਕੇ ਜਦੋਂ ਸਾਨੂੰ ਸੋਝੀ ਆਉਂਦੀ ਹੈ, ਜਦੋਂ ਬਾਣੀ ਪੜ੍ਹਦੇ ਹਾਂ, ਗ੍ਰੰਥਾਂ ਨੂੰ ਪੜ੍ਹਦੇ ਹਾਂ, ਫਿਰ ਸਾਨੂੰ ਪਤਾ ਚੱਲਦਾ ਹੈ ਕਿ ਨਾਮ ਤੋਂ ਬਿਨਾਂ ਅਸੀਂ ਨਿਰਤਨ ਹਾਂ। ਨਾਮ ਬਿਨਾਂ ਸਭ ਕੋ ਹੈ ਨਿਰਤਨ। ਨਿਰਤਨ ਹਾਂ, ਗਰੀਬ ਹਾਂ ਕਿਉਂਕਿ ਨਿਰਤਨ ਹਾਂ, ਅਨਾਥ ਹਾਂ ਕਿਉਂਕਿ ਸਾਡਾ ਰਾਖਾ ਕੌਣ ਹੈ?
ਜੋ ਸਾਡੇ ਸਾਥ ਸਦਾ ਨਾਲ ਹੀ ਰਹਿੰਦਾ ਹੈ, ਜਿਹੜਾ ਸਾਡੇ ਪੈ ਨੂੰ ਨਾਸ ਕਰਨ ਵਾਲਾ ਹੈ। ਪੈ ਨਾਸਨ ਦੁਰਮਤ ਹਰਨ, ਦੁਰਮਤ ਨੂੰ ਹਰ ਲੈਂਦਾ ਹੈ। ਹਰ ਅਨਾਥ ਕੇ ਨਾਥ, ਅਨਾਥਾਂ ਦਾ ਉਹ ਨਾਥ ਹੈ। ਕਹੋ ਨਾਨਕ ਤੇ ਜਾਨੀ ਹੈ, ਸਦਾ ਬਸਤ ਤੁਮ ਸਾਥ। ਉਹਨੂੰ ਆਪਾਂ ਜਾਣਨਾ ਹੈ, ਕਿਉਂਕਿ ਉਹ ਸਦਾ ਸਾਥ ਵਸਦਾ ਹੈ, ਸਦਾ ਸੰਗ ਹੈ, ਸਦਾ ਸਾਹਮਣੇ ਵਸਦਾ ਹੈ। ਇਸ ਕਰਕੇ ਜਦੋਂ ਅਸੀਂ ਉਸ ਦੀ ਆਸ ਰੱਖਦੇ ਹਾਂ, ਉਸ ਦੀ ਆਸ ਕਿਵੇਂ ਰੱਖਦੇ ਹਾਂ? ਉਹਦੇ ਸਾਧ ਜਨਾਂ ਦੁਆਰਾ ਉਸ ਦਾ ਗਿਆਨ ਲੈਂਦੇ ਹਾਂ। ਨਾਨਕ ਪ੍ਰਭੂ ਰਾਖੇ ਦੇ ਹੱਥ, ਫਿਰ ਉਹ ਪ੍ਰਭੂ ਆਪ ਸਾਨੂੰ ਹੱਥ ਦੇ ਕੇ ਰੱਖਦਾ ਹੈ। ਕਿਉਂਕਿ ਜਦੋਂ ਅਸੀਂ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਅਸੀਂ ਪ੍ਰਭੂ ਦੀ ਸ਼ਰਨ ਨੂੰ ਛੱਡ ਕੇ ਅਸੀਂ ਸੰਸਾਰ ਦੇ ਲੋਕਾਂ ਦੀ ਸ਼ਰਨ ਦੇ ਵਿੱਚ ਰਹਿ ਕੇ ਜੋ ਮੰਗਦੇ ਸੰਸਾਰ ਤੋਂ ਮੰਗਦੇ ਹਾਂ, ਮਾਲਕ ਤੋਂ ਨਹੀਂ ਮੰਗਦੇ। ਜਦੋਂ ਸਾਨੂੰ ਸੋਝੀ ਆ ਜਾਂਦੀ ਹੈ, ਫਿਰ ਸਾਨੂੰ ਪਤਾ ਚੱਲਦਾ ਹੈ, ਜਦੋਂ ਸਾਨੂੰ ਉਸ ਪ੍ਰਭੂ ਦੇ ਦਰ ਦਾ ਪਤਾ ਚੱਲ ਜਾਂਦਾ ਹੈ, ਭੇਤ ਆ ਜਾਂਦਾ ਹੈ, ਫਿਰ ਆਪਾਂ ਸੰਸਾਰ ਤੋਂ ਨਹੀਂ ਮੰਗਦੇ, ਫਿਰ ਉਸ ਪ੍ਰਭੂ ਤੋਂ ਮੰਗਦੇ ਹਾਂ। ਅਤੇ ਬੇਨਤੀ ਵੀ ਫਿਰ ਇਹ ਕਰਦਾ ਹੈ ਜੀਵ ਕਿ ਬਸ ਜੋ ਮੈਂ ਚਾਹਾਂ ਤੇ ਤੋਂ ਮੰਗਾ, ਤੇਰੇ ਕੋਲੋਂ ਪ੍ਰਾਵਾਂ। ਜਿਵੇਂ ਆਪਾਂ ਰੋਜ਼ ਚੌਪਈ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪਿਰਤ ਪਾਰਾ, ਹਮਰੇ ਦੁਸ਼ਟ ਸਵੇ ਤੁਮ ਕਾਬੋ, ਆਪ ਹਾਥ ਦਾ ਮੋਹਿ ਬਚਾਵੋ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰਿਐ, ਸਾ ਬੈਰਨ ਕੋ ਆਜ ਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਫਿਰ ਇੱਕੋ ਚੀਜ਼ ਮੰਗਦੇ ਵੀ ਜੋ ਚਾਹਾਂ ਤੇਰੇ ਤੋਂ ਬਿਨਾਂ ਹੋਰ ਨਾ ਧਿਆਵਾਂ, ਜੋ ਬਰ ਚਾਹਾਂ ਤੇਰੇ ਕੋਲੋਂ ਪਾਵਾਂ। ਜਦੋਂ ਆਪਾਂ ਉਸ ਪ੍ਰਭੂ ਦੀ ਆਸ ਰੱਖਦੇ ਹਾਂ, ਫਿਰ ਉਹ ਸਾਨੂੰ ਆਪ ਹੱਥ ਦੇ ਕੇ ਰੱਖਦਾ ਹੈ, ਫਿਰ ਆਪ ਸਾਨੂੰ ਡੋਲਣੋਂ ਬਚਾ ਲੈਂਦਾ ਹੈ। ਆਪ ਸੰਸਾਰ ਕਸ਼ਟ ਵੀ ਜੇ ਆਉਂਦੇ ਨੇ, ਆਪ ਸਾਨੂੰ ਧੀਰਜ ਦੇ ਕੇ ਜੋੜ ਰੱਖਦਾ ਹੈ, ਸਾਨੂੰ ਇਸ ਸੰਸਾਰ ਸਾਗਰ ਤੋਂ ਬਚਾ ਲੈਂਦਾ ਹੈ। ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲਾ ਪੰਜਵੇਂ ਦਾ। ਰਹਾਉ ਪੰਕਤੀਆਂ ਨੇ, ਕਿਉਂਕਿ ਪਹਿਲੇ ਸ਼ਬਦ ਰਹਾਉ, ਪਹਿਲੇ ਜੋ ਦੋ ਪੰਕਤੀਆਂ ਸ਼ੁਰੂ ਹੁੰਦੀਆਂ ਨੇ ਉੱਥੇ ਹੀ ਰਹਾਉ ਦੀ ਪੰਕਤੀਆਂ ਨੇ, ਉਹ ਰਹਾਉ ਸ਼ਬਦ ਆ ਜਾਂਦਾ ਹੈ। ਹਰ ਹਰ ਨਾਮ ਮੱਜਨ ਕਰ ਸੂਚੇ, ਕੋਟ ਗ੍ਰਹਿਣ ਪੁਨ ਫਲ ਮੁਚੇ। ਸਮਝਾਉਂਦੇ ਨੇ ਕਿ ਮਨ ਦਾ ਇਸ਼ਨਾਨ ਕਰਨਾ ਹੈ ਕਿੱਥੇ? ਹਰੀ ਦੇ ਨਾਮ ਦੇ ਵਿੱਚ, ਕਿਉਂਕਿ ਉੱਥੇ ਹੀ ਮਨ ਸੁੱਚਾ ਹੋ ਸਕਦਾ ਹੈ। ਮਨ ਦਾ ਜਿਹੜਾ ਤੀਰਥ ਹੈ ਉਹ ਹਰੀ ਦਾ ਨਾਮ ਹੈ, ਤੇ ਮਨ ਉੱਥੇ ਹੀ ਸੁੱਚਾ ਹੋ ਸਕਦਾ ਹੈ। ਉਸ ਤੋਂ ਬਿਨਾਂ ਮਨ ਦੀ ਮੈਲ ਨਹੀਂ ਉਤਰਦੀ। ਭਰੀਐ ਮਤ ਪਾਪਾ ਕੈ ਸੰਗ, ਉਹ ਤੋਪੈ ਨਾਵੈ ਕੈ ਰੰਗ। ਤੀਰਥ ਨਾਵਨ ਜਾਓ, ਤੀਰਥ ਨਾਮ ਹੈ। ਹੁਣ ਮਨ ਦੇ ਵਾਸਤੇ ਜਿਹੜਾ ਇਸ਼ਨਾਨ ਹੈ ਉਹ ਨਾਮ ਹੈ। ਇਸ ਕਰਕੇ ਜਦੋਂ ਇਹ ਮੱਜਨ ਕਰਦੇ ਹਾਂ, ਫਿਰ ਮਨ ਸੁੱਚਾ ਹੋ ਜਾਂਦਾ ਹੈ। ਜੇ ਅਸੀਂ ਸਿਰਫ ਤਨ ਪਾਣੀ ਤੱਕ ਸੀਮਤ ਹਾਂ, ਪਾਣੀ ਦੁਆਰਾ ਤਨ ਨੂੰ ਧੋ ਕੇ, ਜਿਵੇਂ ਆਪਾਂ ਦੇਖਦੇ ਹਾਂ ਕਿ ਅਸੀਂ ਕਹਿ ਦਿੰਦੇ ਹੁਣ ਸੁੱਚੇ ਹੋ ਗਏ, ਸਾਰਾ ਸੰਸਾਰ ਹੀ ਕਰਦਾ ਹੈ। ਖਾਸ ਕਰਕੇ ਜਿਹੜੇ ਧਾਰਮਿਕ ਬੰਦੇ ਅਖਵਾਉਂਦੇ ਨੇ, ਉਹ ਸਵੇਰੇ ਉੱਠ ਕੇ ਤਨ ਨੂੰ ਧੋਂਦੇ ਨੇ, ਤਨ ਦਾ ਇਸ਼ਨਾਨ ਕਰਦੇ ਨੇ, ਪਰ ਮਨ ਨੂੰ ਧੋਣ ਦਾ ਗਿਆਨ ਨਹੀਂ, ਨਾਮ ਦੀ ਸੋਝੀ ਨਹੀਂ ਹੈ। ਤੇ ਮਹਾਰਾਜ ਸਮਝਾਉਂਦੇ ਨੇ ਫਿਰ ਮਨ ਦੀ ਮੈਲ ਤਨ ਧੋਣ ਦੇ ਨਾਲ ਨਹੀਂ ਉਤਰਦੀ। ਇਸ ਕਾਇਆ ਕੋ ਇਸ ਦੇਹੀ ਕੋ ਬਹੁ ਸਾਧਨਾ ਕਰੈ,
ਮਨ ਤੇ ਕਬੂ ਨਾ ਵਿਖਿਆ ਟਰੈ। ਜਲ ਧੋਵੇ ਬਹੁ ਦੇ ਅਨੀਤ, शुद्ध कहाँ होए काची पीत। मन हर के नाम की महिमा ऊंच, नानक नाम उदरे पतित बहु मूछ। पर नाम द्वारा पतित ते पतितां दा भी उद्धार हो जाता है। एक नहीं हजारां जी, बहुत ज़्यादा, पर किहदे द्वारा? नाम द्वारा। उत्थे मन फिर सुच्चा हुंदा है ते सानू फल मिलता है। कोट ग्रहण पुन फल मूचे। किन्ने फलों नूं असीं पा लेंदे हाँ, ग्रहण कर लेंदे हाँ। बहुत ज़्यादा फल मिलता है मन नूं नाम दे विच इशनान करन दे नाल। ये रहो पंक्तियां ने। हर के चरण हृदय में बसे। ਜਦੋਂ ਹਰੀ ਦੇ ਚਰਨ ਹਿਰਦੇ ਵਿੱਚ ਵਸ ਜਾਣ, ਕਿਉਂਕਿ ਆਪਾਂ ਕੀ ਹੈ, ਸੰਸਾਰ ਸਿਰਫ ਮੁੱਖੋਂ ਕਰਦਾ ਹੈ। ਹਰੀ ਹਰੀ, ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਇਹ ਸਿਰਫ ਮੁੱਖੋਂ ਕਰਨੇ ਵਾਲੇ ਹਨ, ਹਿਰਦੇ ਵਿੱਚ ਨਹੀਂ ਵਸਾਉਂਦੇ। ਪਰ ਮੁਕਤੀ ਕਿਸ ਨੂੰ ਮਿਲਣੀ ਹੈ? ਜਿਹੜੇ ਹਿਰਦੇ ਵਿੱਚ ਵਸਾਉਂਦੇ ਨੇ। जिमें महाराज समझाते ने, राम राम सब को कहे, कहिया राम ना होए। भी राम राम तो सारे कहते, पर कहण दे ना राम नहीं होता। गुर प्रसादी राम मन वसै, तां फल पावै कोई। भी वो तो गुर दे ज्ञान लैके, गुर दी किरपा नाल राम ने मन विच वसना, फिर सानू फल मिलता है। इदां ही समझाते ने, मुखों हर हर सब को कहे, विरला हिरदय वसाए। नानक जिन कै हिरदय वसया, मोख मुक्त सो पाए। विरला हिरदे च वसाउंदा है, मुखों ਸਾਰੇ ਕਹਿੰਦੇ ਨੇ, ਪਰ ਮੁਕਤੀ ਕਿਸ ਨੂੰ ਮਿਲਣੀ? ਜਿਹਦੇ ਹਿਰਦੇ ਵਿੱਚ ਵਸਿਆ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ कि हर के चरण हृदय में बसे, जन्म जन्म के किल विख नसे। जन्म जन्म की लगी जिहड़ी मन नूं मैल है, वो नाश हो जाती है जदों हरि दे चरण हिरदे विच बस जाते ने। साध संग कीर्तन फल पाया, जम का मार्ग दृष्ट न आया। साधु जਨਾਂ ਦਾ ਸੰਗ ਕਰਦੇ ਹਾਂ, ਕੀਰਤਨ ਕਰਦੇ ਹਾਂ। ਕਿਹੜਾ ਕੀਰਤਨ? ਜੋ ਆਪਾਂ ਪਹਿਲਾਂ ਹੀ ਵਿਚਾਰ ਕੇ ਆਏ ਹਾਂ। ਇੱਕ ਹੀ ਗਿਆਨ, ਇੱਕ ਹੀ ਸੇਵਾ, ਇੱਕ ਹੀ ਸੁਰਤੀ। ਜਦੋਂ ਇਹ ਆਪਾਂ ਕੀਰਤਨ ਦਾ ਫਲ ਪ੍ਰਾਪਤ ਹੁੰਦਾ ਹੈ, ਕੀ ਹੁੰਦਾ ਹੈ ਕਿ ਜਮ ਮਾਰਗ ਸਾਡਾ ਛੁੱਟ ਜਾਂਦਾ ਹੈ। ਜਿਹੜੀ ਸੰਗਤ, ਜਿਹੜੇ ਜੀਵ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਦੋ ਹੀ ਮਾਰਗ ਨੇ, ਇੱਕ ਜਮ ਮਾਰਗ ਹੈ ਤੇ ਇੱਕ ਗੋਬਿੰਦ ਮਾਰਗ ਹੈ। ਜਦੋਂ ਅਸੀਂ ਦੋ ਦ੍ਰਿਸ਼ਟੀ ਦੇ ਵਿੱਚ ਹਾਂ ਤੇ ਅਸੀਂ ਜਮ ਮਾਰਗ ਤੇ ਚੱਲਦੇ ਹਾਂ, ਧਾਤ ਦੇ ਰਸਤੇ ਤੇ ਚੱਲਦੇ ਹਾਂ। ਜਦੋਂ ਅਸੀਂ ਇੱਕ ਦ੍ਰਿਸ਼ਟ ਹੋ ਕੇ ਗੁਰ ਲੈ ਕੇ ਚੱਲਦੇ ਹਾਂ ਤੇ ਲਿਵ ਦੇ ਰਸਤੇ ਤੇ ਚੱਲਦੇ ਹਾਂ, ਜੋ ਗੋਬਿੰਦ ਮਾਰਗ ਹੈ। ਇਸ ਪਾਸੇ ਜਮਾਂ ਦਾ ਮਾਰਗ ਹੈ। ਜਦੋਂ ਅਸੀਂ ਗਿਆਨ ਲੈ ਕੇ ਚੱਲਦੇ ਹਾਂ ਤੇ ਇਹ ਮਾਰਗ ਸਾਡਾ ਬੰਦ ਹੋ ਜਾਂਦਾ ਹੈ। ਅਸੀਂ ਸੱਜਾ ਖੱਬਾ ਵੀ ਛੱਡ ਦਿੰਦੇ, ਸੱਜਾ ਵੀ ਅਸੀਂ ਕਿੱਥੋਂ ਚੱਲਦੇ? ਵਿਚਾਲਿਓਂ ਇੱਕ ਦ੍ਰਿਸ਼ਟ ਹੋ ਕੇ ਸਿੱਧਾ ਮਾਰਗ ਨੂੰ ਅਪਣਾ ਲੈਂਦੇ, ਜਿਹੜਾ ਸਿੱਧਾ ਸਾਡੇ ਘਰ ਨੂੰ ਜਾਂਦਾ ਹੈ, ਜਿੱਥੋਂ ਗੁਰਮੁਖਾਂ ਨੇ ਢੂੰਡ ਕੇ ਪਰਮੇਸ਼ਰ ਨੂੰ ਪਾਇਆ ਹੈ। ਸਿੱਧਾ ਹੀ ਘਰ ਹੈ ਆਪਣਾ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਚੌਥੇ ਪਾਤਸ਼ਾਹ ਜੀ, ਗੁਰਮੁਖ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ, ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ। ਸਿੱਧਾ ਹੀ ਕੰਚਨ, ਇੱਕ ਮਿੱਟੀ ਦਾ ਸਰੀਰ ਹੈ। ਸੰਸਾਰ ਕਿੱਥੇ ਲੱਭਦਾ ਹੈ? ਇਸ ਮਿੱਟੀ ਦੇ ਸਰੀਰ ਦੇ ਵਿੱਚ, ਨੌਂਦਰਾਂ ਤੇ। ਪਰ ਜਿਨ੍ਹਾਂ ਪਾਇਆ, ਉਹਨਾਂ ਕਿੱਥੋਂ ਪਾਇਆ? ਕੰਚਨ ਕਾਇਆ ਚੋਂ, ਜੋ ਹੀਰੇ ਦੀ ਨਿਆਈ ਹੈ, ਜੋ ਕਿ ਦਸਵਾਂ ਦੁਆਰ ਹੈ, ਜੋ ਕਿ ਸੂਖਮ ਹੈ, ਉਹਦੇ ਵਿੱਚ ਹਰੀ ਨੂੰ ਪਾਇਆ ਹੈ। ਇਸ ਕਰਕੇ ਸਮਝਾਉਂਦੇ ਨੇ
ਕਿ ਫਿਰ ਉਹ ਜਿਹੜਾ ਜਮਾਂ ਦਾ ਮਾਰਗ ਹੈ ਉਹ ਛੁੱਟ ਜਾਂਦਾ, ਉਹ ਦ੍ਰਿਸ਼ਟੀ ਨਹੀਂ ਆਉਂਦਾ ਸਾਨੂੰ, ਕਿਉਂਕਿ ਮਾਰਗ ਹੀ ਖਤਮ ਹੋ ਜਾਂਦਾ, ਬੰਦ ਹੋ ਜਾਂਦਾ ਸਾਡਾ। ਅਸੀਂ ਛੱਡ ਕੇ ਸਿੱਧਾ ਆਪਣੇ ਘਰ ਜਾਣਾ ਸ਼ੁਰੂ ਕਰ ਲੈਂਦੇ ਹਾਂ। ਮਨ ਬਚ ਕਰਮ ਗੋਬਿੰਦ ਆਧਾਰ, ਤਾਂ ਤੇ ਛੂਟਿਓ ਬਿਕ ਸੰਸਾਰ। ਅਸੀਂ ਮਨ ਕਰਕੇ ਜਦੋਂ ਇਹ ਕਰਮ ਕਰਦੇ ਹਾਂ, ਗੋਬਿੰਦ ਨੂੰ ਆਧਾਰ ਬਣਾ ਲੈਂਦੇ ਹਾਂ, ਫਿਰ ਇਹ ਜਿਹੜਾ ਸੰਸਾਰ ਤ੍ਰੈ ਗੁਣੀ ਸੰਸਾਰ ਹੈ, ਜਿਸ ਨੂੰ ਬਿਕ ਸਾਗਰ ਕਿਹਾ ਹੈ, ਇਹ ਛੁੱਟ ਜਾਂਦਾ ਹੈ। ਤੇ ਮਨ ਕਿਸ ਨਾਲ ਜੁੜ ਜਾਂਦਾ ਹੈ? ਚੌਥੇ ਪਦ ਵਿੱਚ, ਨਾਮ ਦੇ ਵਿੱਚ। ਸਰੀਰ ਕਰਕੇ ਅਸੀਂ ਵਿਚਰਦੇ ਹਾਂ ਪਰਿਵਾਰ ਦੇ ਵਿੱਚ, ਲੇਕਿਨ ਮਨ ਸਾਡਾ ਇਸ ਤ੍ਰੈ ਗੁਣੀ ਸੰਸਾਰ ਤੋਂ ਉੱਤੇ ਉੱਠ ਜਾਂਦਾ ਹੈ, ਕਿਉਂਕਿ ਜਮਾਂ ਦਾ ਮਾਰਗ ਖਤਮ ਹੋ ਜਾਂਦਾ ਹੈ। ਤੇ ਗੋਬਿੰਦ ਮਾਰਗ ਤੇ ਅਸੀਂ ਆਪਣੇ ਘਰ ਵਿੱਚ ਆਉਣਾ ਜਾਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਚਾਹੀਏ ਉਸ ਵਿੱਚ ਜਾ ਕੇ ਵਸ ਜਾਈਏ, ਜਦੋਂ ਚਾਹੀਏ ਤੇ ਇਸ ਸੰਸਾਰ ਦੇ ਨਾਲ ਆ ਜਾਈਏ। ਲੇਕਿਨ ਇੱਥੇ ਆ ਕੇ ਕਿੱਥੇ ਵਸਦੇ ਹਾਂ? ਚੌਥੇ ਪਦ ਵਿੱਚ। ਉੱਥੇ ਬੈਠ ਕੇ ਮਨ ਇਹ ਦੇਖਦਾ ਹੈ, ਇੱਥੇ ਬੈਠ ਕੇ ਹੀ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਕਰ ਕਿਰਪਾ ਪ੍ਰਭ ਕੀਨੋ ਆਪਣਾ, ਨਾਨਕ ਜਾਪ ਜਪੇ ਹਰ ਜਪਣਾ। ਜਦੋਂ ਆਪ ਕਿਰਪਾ ਕਰਦਾ ਹੈ ਮਾਲਕ, ਆਪਣਾ ਬਣਾ ਲੈਂਦਾ ਹੈ ਜਿਸ ਨੂੰ, ਫਿਰ ਉਸ ਦੀ ਦਇਆ ਦੇ ਨਾਲ ਹੀ ਉਹਦਾ ਜਿਹੜਾ ਜਨ ਹੈ ਉਸ ਦੇ ਜਾਪ ਨੂੰ ਜਪਦਾ ਹੈ, ਉਸ ਦਾ ਗਿਆਨ ਦਿੰਦਾ ਹੈ, ਹਰੀ ਦੇ ਨਾਮ ਨੂੰ ਜਪਦਾ ਹੈ। ਕਿਉਂਕਿ ਜਪਣਾ ਹੈ ਗਿਆਨ ਦੇਣਾ, ਉਸ ਪ੍ਰਭੂ ਦੀ ਮਿਲਾਪ ਦਾ ਰਸਤਾ ਦੱਸਣਾ, ਆਪ ਤਰਨਾ ਦੂਜਿਆਂ ਨੂੰ ਤਾਰਨਾ। ਇਹ ਫਿਰ ਜਿਨ੍ਹਾਂ ਨੂੰ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਖਜ਼ਾਨਾ ਬਖਸ਼ਿਸ਼ ਕਰਦਾ ਹੈ, ਉਹ ਫਿਰ ਉਸ ਦੇ ਜਪ ਨੂੰ ਜਪਦੇ ਨੇ, ਜੋ ਜਪਾ ਜਪ ਹੈ। ਸੋ ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ, ਤਾਂ ਕਿ ਆਪਾਂ ਵੀ ਦੇਖ ਲਈਏ ਕਿ ਜਿਹੜਾ ਸਾਡਾ ਜਮ ਮਾਰਗ ਹੈ ਇਸ ਪਾਸੇ ਸੱਜੇ, ਕਿਉਂਕਿ ਇਹ ਸੂਰਜ ਹੈ, ਇਸ ਪਾਸੇ ਹੀ ਧਰਮਰਾਜ ਦਾ ਇਲਾਕਾ ਹੈ। ਤੇ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਜਦੋਂ ਸਾਡਾ ਚੰਦਰਮਾ ਸੂਰਜ ਵਾਲੇ ਪਾਸੇ ਆ ਜਾਂਦਾ ਹੈ, ਬੈਰ ਵਿਰੋਧ ਵੱਧਦੇ ਨੇ। ਤੇ ਜਦੋਂ ਸੂਰਜ ਚੰਦਰਮਾ ਦੇ ਘਰ ਚਲੇ ਜਾਂਦਾ ਹੈ ਤੇ ਬੈਰ ਵਿਰੋਧ ਖਤਮ ਹੋ ਜਾਂਦਾ ਹੈ। ਜਿੰਨੀ ਦੇਰ ਬੈਰ ਵਿਰੋਧ ਦੇ ਵਿੱਚ ਹਾਂ, ਬੈਰੀ ਮਿੱਤਰ ਸਮਝਦੇ ਹਾਂ, ਉਨੀ ਦੇਰ ਮਨ ਸਾਡਾ ਟਿਕਾ ਦੇ ਵਿੱਚ ਨਹੀਂ ਆਉਂਦਾ ਤੇ ਸਜ਼ਾ ਦਾ ਭਾਗੀ ਬਣਦਾ ਹੈ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿश्चल ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਧਰਮ ਰਾਏ ਤਿਸ ਦੇਸ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਪ੍ਰਭੂ ਦੀ ਦਇਆ ਨਾਲ ਇਹ ਬੰਧਨ ਟੁੱਟਦੇ ਨੇ ਤੇ ਅਸੀਂ ਛੁੱਟਦੇ ਹਾਂ। ਫਿਰ ਸਾਨੂੰ ਕੋਈ ਵੀ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਇਹ ਫਿਰ ਇਸ ਅਵਸਥਾ ਦੇ ਵਿੱਚ ਜੀਵ ਵਿਚਰਦਾ ਹੈ। ਫਿਰ ਜਾ ਕੇ ਆਪਾਂ ਨੂੰ ਸੋਝੀ ਹੋ ਜਾਂਦੀ ਹੈ ਕਿ ਸਾਡਾ ਹੁਣ ਜਮ ਮਾਰਗ ਸਾਡਾ ਖਤਮ ਹੋ ਗਿਆ ਹੈ, ਛੁੱਟ ਗਿਆ ਹੈ, ਤੇ ਹੁਣ ਸਾਡਾ ਜਿਹੜਾ ਰਸਤਾ ਹੈ ਉਹ ਸਿੱਧਾ ਆਪਣੇ ਘਰ ਨੂੰ ਜਾਂਦਾ ਹੈ। ਸਿੱਧਾ ਆਪਣੇ ਘਰ ਜਾਂਦੇ ਹਾਂ, ਉੱਥੋਂ ਆਉਂਦੇ ਹਾਂ। ਸੰਸਾਰ 'ਚ ਆ ਕੇ ਵੀ ਆਪਣੇ ਘਰ 'ਚ ਰਹਿ ਕੇ ਇੱਥੇ ਦੀ ਵਿਚਾਰ ਕਰਦਾ ਹੈ। ਸੋ ਆਓ ਹੁਣ ਉਵੇਂ ਆਪਾਂ ਕਰਕੇ ਦੇਖਣਾ ਹੈ। ਕਿਵੇਂ ਕਰਨਾ ਹੈ? ਦੋਨਾਂ ਨੇਤਰਾਂ ਨੂੰ ਪਹਿਲਾਂ ਜਿੱਥੋਂ ਪਾਉਣ ਆਉਂਦੀ ਹੈ ਉੱਥੇ ਆਪਾਂ ਸਮ ਕਰ ਲੈਣਾ ਹੈ। ਇਸ ਨੂੰ ਮਹਾਰਾਜ ਸਮਝਾਉਂਦੇ ਨੇ, ਈੜਾ ਪਿੰਗਲਾ ਔਰ ਸੁਖਮਨਾ ਪਾਉਣੇ ਬੰਦ ਰਹਾਓਗੋ। ਚੰਦ ਸੂਰਜ ਦੋਇ ਸਮ ਕਰ ਰੱਖੋ, ਬ੍ਰਹਮ ਜੋਤ ਮਿਲ ਜਾਓਗੋ। ਜੋਤ ਨੇਤਰਾਂ ਦੇ ਵਿੱਚ ਹੈ, ਨੇਤਰ ਦੋ ਨੇ, ਇਸ ਕਰਕੇ ਦੋ ਜੋਤਾਂ ਨੇ। ਇਸ ਨੂੰ ਇਸ ਪੁਆਇੰਟ ਤੋਂ ਜਿੱਥੋਂ ਪਾਉਣ ਆਉਂਦੀ ਹੈ, ਇਸ ਪੁਆਇੰਟ 'ਤੇ ਇਹ ਦੋ ਸੁਰਾਂ ਨੇ, ਜਿਸ ਨੂੰ ਈੜਾ ਪਿੰਗਲਾ ਕਿਹਾ ਹੈ, ਅਤੇ ਸੁਖਮਨਾ ਜੋ ਹਾਲੇ ਗੁਪਤ ਹੈ, ਫਿਰ ਪ੍ਰਗਟ ਹੁੰਦੀ ਹੈ। ਜਿਹੜੇ ਅਭਿਆਸੀ ਗੁਰਮੁਖ ਨੇ ਸੰਗਤ ਦੇ ਵਿੱਚ, ਉਹਨਾਂ ਨੂੰ ਪ੍ਰਗਟ ਹੈ। ਤੇ ਫਿਰ ਇੱਥੇ ਜਿੱਥੋਂ ਪਾਉਣ ਆਉਂਦੀ ਹੈ,
ਇੱਥੇ ਆਪਾਂ ਦ੍ਰਿਸ਼ਟੀ ਸਮ ਕਰਾਂਗੇ ਤੇ ਸਾਡੀ ਬ੍ਰਹਮ ਜੋਤ ਪ੍ਰਗਟ ਹੋ ਜਾਂਦਾ ਹੈ ਤੇ ਜੋਤ ਜੋਤ ਦੇ ਵਿੱਚ ਮਿਲ ਜਾਂਦੀ ਹੈ। ਆਓ ਆਪਾਂ ਪਹਿਲਾਂ ਇੱਥੇ ਸਮ ਕਰਨਾ ਹੈ, ਦ੍ਰਿਸ਼ਟੀ ਨੂੰ ਫੋਕਸ ਕਰਨਾ ਹੈ। ਜੇ ਕੋਈ ਨਵਾਂ ਜੀਵ ਹੈ ਉਸਨੇ ਆਪਣੇ ਆਪ ਨੂੰ ਥੋੜ੍ਹਾ ਪਰਖਣਾ ਹੈ, ਜਾਣਨਾ ਹੈ। ਕਿਵੇਂ ਜਾਣਾਂਗੇ? ਜੇ ਸਾਨੂੰ ਇੱਥੇ ਦੇਖਣ ਦੇ ਨਾਲ ਨੱਕ ਨਹੀਂ ਦਿਸਦਾ ਫਿਰ ਆਪਾਂ ਇੱਕ ਦ੍ਰਿਸ਼ਟ ਹਾਂ। ਜੇ ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ ਦੋਨਾਂ ਨੇਤਰਾਂ ਨੂੰ ਜੇ ਨੱਕ ਨਜ਼ਰ ਆਉਂਦਾ ਹੈ ਫਿਰ ਸਾਡਾ ਮਨ ਦੋ ਦ੍ਰਿਸ਼ਟੀ ਦੇ ਵਿੱਚ ਹੈ, ਇੱਕ ਨਹੀਂ ਹੋਇਆ। ਫਿਰ ਜੇ ਦੋ ਦ੍ਰਿਸ਼ਟੀ ਦੇ ਵਿੱਚ ਹਾਂ ਫਿਰ ਆਪਾਂ ਇਹ ਦੇਖਣਾ ਹੈ ਕਿ ਸਾਡਾ ਧਿਆਨ ਕਿਸ ਪਾਸੇ ਹੈ, ਤਮੋਗੁਣ 'ਤੇ ਹੈ, ਰਜੋਗੁਣ 'ਤੇ ਹੈ ਜਾਂ ਸਤੋਗੁਣ 'ਤੇ ਹੈ। ਜੇ ਸੱਜੇ ਪਾਸੇ ਧਿਆਨ ਹੈ, ਇਸ ਪਾਸੇ ਸਾਨੂੰ ਨੱਕ ਸੱਜੇ ਪਾਸਿਓਂ ਦਿਸਦਾ ਫਿਰ ਆਪਾਂ ਤਮੋਗੁਣੀ ਹਾਂ, ਜੋ ਸਾਡਾ ਮਾਰਗ ਸਿੱਧਾ ਜਮਾਂ ਦੇ ਰਸਤੇ ਜਾਂਦਾ ਹੈ, ਜੋ ਸਾਨੂੰ ਨਰਕਾਂ ਨੂੰ ਲੈ ਜਾਂਦਾ ਹੈ। ਜੇ ਆਪਾਂ ਇਸ ਪਾਸੇ ਦੇਖੇਗਾ ਖੱਬੇ ਪਾਸੇ, ਇਸ ਪਾਸੇ ਅਸੀਂ ਰਜੋਗੁਣੀ ਹਾਂ। ਇੱਥੇ ਵੀ ਸਾਨੂੰ ਜਮਾਂ ਦੀ ਮਾਰ ਪੈਣੀ ਹੈ, ਲੇਕਿਨ ਉਨੀ ਨਹੀਂ ਪੈਣੀ ਜਿੰਨੀ ਇਸ ਪਾਸੇ ਵਾਲੇ ਨੂੰ ਪੈਣੀ ਹੈ। ਇੱਥੇ ਅਸੀਂ ਸ਼ਾਮਾਂ ਚਿੰਤਾਵਾਂ ਦੇ ਵਿੱਚ ਹਾਂ, ਲੇਕਿਨ ਇੱਥੇ ਵੀ ਸਾਨੂੰ ਸਜ਼ਾ ਹੈ। ਤੇ ਜੇ ਵਿਚਾਲੇ ਦਿਸਦਾ ਹੈ ਇੱਥੇ ਸਤੋਗੁਣ ਹੈ, ਇੱਥੇ ਵੀ ਮਾਰ ਪੈਣੀ ਹੈ ਕਿਉਂਕਿ ਇਹ ਵੀ ਮਾਇਆ ਹੀ ਹੈ, ਲੇਕਿਨ ਇੱਥੇ ਉਸ ਦੇ ਨਾਲੋਂ ਥੋੜ੍ਹੀ ਘੱਟ ਪੈਣੀ ਹੈ। ਸਜ਼ਾ ਇੱਥੇ ਵੀ ਮਿਲਣੀ ਹੈ, ਲੇਕਿਨ ਇਸ ਤੋਂ ਬਾਅਦ ਫਿਰ ਆਪਾਂ ਅਗਲੇ ਜਨਮ 'ਚ ਕਿਹੋ ਜਿਹਾ ਸਾਡਾ ਧਿਆਨ ਵਿਚਰਦਾ ਹੈ ਫਿਰ ਸਾਨੂੰ ਉੱਧਰ ਲੈ ਜਾਂਦਾ ਹੈ ਜਿਹੋ ਜਿਹਾ ਆਪਾਂ ਧਿਆਨ ਵਿਚਰਦਾ ਹੈ। ਇਸ ਕਰਕੇ ਆਪਾਂ ਜੇ ਇੱਕ ਦ੍ਰਿਸ਼ਟ ਹੋਣਾ ਪਹਿਲਾਂ, ਜਿੱਥੇ ਸਾਨੂੰ ਨੱਕ ਨਹੀਂ ਦਿਸੇਗਾ, ਫਿਰ ਆਪਣਾ ਧਿਆਨ ਮਾਰਗ ਅੱਗੇ ਚੱਲਦਾ ਹੈ। ਆਓ ਪਹਿਲਾਂ ਸਮਝ ਲਓ ਕਿਵੇਂ ਕਰਨਾ ਹੈ। ਹੋ ਸਕਦਾ ਕੋਈ ਨਵਾਂ ਜੀਵ ਹੋਵੇ। ਪਹਿਲਾਂ ਇਸ ਪੁਆਇੰਟ 'ਤੇ ਫੋਕਸ ਕਰਾਂਗੇ, ਦ੍ਰਿਸ਼ਟੀ ਨੂੰ ਆਪਣੇ ਆਪ ਨੂੰ ਦੇਖਾਂਗੇ। ਇੱਥੋਂ ਫਿਰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਫਿਰ ਕੀ ਕਰਨਾ, ਸਾਹਮਣੇ ਦੇਖਣਾ ਹੈ। ਇੱਥੋਂ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਨੂੰ ਫੋਕਸ ਕਰਕੇ ਫਿਰ ਆਪਣੇ ਆਪ ਨੂੰ ਦੇਖਣਾ ਹੈ। ਜੇ ਪਹਿਲਾਂ ਨੱਕ ਨਜ਼ਰ ਆਉਂਦਾ ਹੈ ਉਸਨੇ ਦੇਖਣਾ ਹੈ ਕਿ ਹੁਣ ਨਜ਼ਰ ਆਉਣੋਂ ਹਟ ਗਿਆ। ਜੇ ਦੁਬਾਰਾ ਨਜ਼ਰ ਨਾ ਆਇਆ तो ये समझ लेना कि वो एक दृष्ट हो गया, क्योंकि उसका ध्यान मालक दे नाल छू गया तो दो तो एक हो गया। तो जे फिर भी नक दिसता है फिर उसका एक दृष्ट नहीं होया, जां तो उसनूं विश्वास नहीं आया, शंका नहीं, उस शंके दे विच पै गया, जां उसने समझिया नहीं ध्यान किवें लाउणा है। इस करके आपां तकरीबन हर रोज़ ये अभ्यास करवाउंदे हां कि जीवां नूं ज्ञान होवे, विश्वास होवे ते एक दृष्ट हो के प्रभु नूं ध्याना शुरू करना। सो आओ पहला नेत्र सम करके थोड़ा अपने आप नूं देखो, फिर जदों अगे कवांगे ध्यान लाउण नूं सामने लावांगे, मस्तक दे सामने उवें करांगे। आओ पहला सम करके दृष्टि नूं फोकस करके नक ते मुरे अपने आप नूं थोड़ा जानो, अपने रूप नूं देखो। और सामने लेके आओ ध्यान।
ਮਸਤਕ ਦੇ ਸਾਹਮਣੇ ਲੈ ਜੋ, ਪਲਕਾਂ ਉੱਤੇ ਚੁੱਕ ਦੋ। फिर सामने लेके आइए। फिर नक ते सम करिए। अपने आप को देखिए। जेकर कोई नवा जीव सी जिसनों पहला दिसदा सी नक, हुण उसने ध्यान नाल देखना है कि दिसनों हट गया ਜਾਂ नहीं। जे हट गया तो एक दृष्ट हो गया। हुण वो ध्यान के मार्ग ते चल सकेगा। जिहड़ा हाले जिसनों दिसदा है दो दृष्टि दे विच है, उस ध्यान दे विच नहीं चल सकता। नीचे लै जो ध्यान, जो भी जिथे आप बैठे हाँ, थले जो विछया है उस तो थोड़ा उत्ते देखने की कोशिश करनी है। जो चादर है, फर्श, कुछ भी विछया थले, उस तो थोड़ा उत्ते 4-5 उंगल उत्ते ऊपर थोड़ा देखने की कोशिश करनी है निराकार दे विच। तो उत्थे सानू प्रकाश अनुभव होना शुरू होएगा। फिर सम करके अपने आप को देखिए। दृष्टि ਨੂੰ सम करके अपने आप को देखिए। जिसनों नहीं नज़र आ रहा, जिमें गुरमुख कमेंट करते हैं कि सानू नज़र नहीं आ रहा,
ਤੇ ਇੱਕ ਦ੍ਰਿਸ਼ਟ ਹੋ। ਤੇ ਹੁਣ ਨੀਚੇ ਧਿਆਨ ਲਗਾਓ, ਜਿੱਥੇ ਵੀ ਤੁਸੀਂ ਬੈਠੇ ਹੋ, ਜੋ ਥੱਲੇ ਵਿਛਿਆ ਉਸ ਤੋਂ ਥੋੜ੍ਹਾ ਜਿਹਾ ਉੱਤੇ, ਬਿਲਕੁਲ ਧਿਆਨ ਢਿੱਲਾ ਛੱਡ ਕੇ ਰਿਲੈਕਸ ਹੋ ਕੇ ਦੇਖਣ ਦੀ ਕੋਸ਼ਿਸ਼ ਕਰੋ। ਉੱਥੇ ਸਾਨੂੰ ਇੱਕ ਹਲਚਲ, ਜਿਵੇਂ ਪਾਣੀ ਦੀਆਂ ਲਹਿਰਾਂ ਹੁੰਦੀਆਂ ਸਰੋਵਰ 'ਚ, ਇੱਦਾਂ ਪ੍ਰਕਾਸ਼ ਦੀ ਇੱਕ ਹਲਚਲ ਅਨੁਭਵ ਹੋਣੀ ਸ਼ੁਰੂ ਹੋਏਗੀ। नीचे देखो सारे। और सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜੋ ਧਿਆਨ, ਪਲਕਾਂ ਉੱਤੇ ਚੁੱਕ ਦੋ। सामने लेके आइए ध्यान। नीचे लाए जो ध्यान। सम करके अपने आप को देखिए, अपने फेस वाल सम करके देखना है।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰੀਕੇ ਦੇ ਨਾਲ ਆਪਾਂ ਅਭਿਆਸ ਕਰਨਾ ਹੈ। ਜੋ ਆਪਾਂ ਨੂੰ ਹੁਣ ਨੱਕ ਇੱਕ ਦ੍ਰਿਸ਼ਟ ਹੋ ਜਾਂਦਾ, ਨੱਕ ਦਿਸ ਨੂੰ ਹਟ ਜਾਂਦਾ ਹੈ, ਫਿਰ ਆਪਾਂ ਨੂੰ ਇਹ ਸ਼ੀਸ਼ੇ ਦੀ ਤਰ੍ਹਾਂ ਚਮਕਦਾ ਹੈ। ਖੱਬੇ ਪਾਸੇ ਆਪਾਂ ਨੂੰ ਪ੍ਰਕਾਸ਼ ਰੂਪ ਦਿਸਣਾ ਸ਼ੁਰੂ ਹੋ ਜਾਏਗਾ। ਦਿਸੇਗਾ ਇੱਕ ਹਲਕੀ ਜਿਹੀ ਲਾਈਨ ਦਿਸੇਗੀ, ਇਸ ਪਾਸੇ ਸਾਨੂੰ ਪ੍ਰਕਾਸ਼ ਦਿਸੇਗਾ। ਆਰ ਪਾਰ ਸਾਨੂੰ ਦਿਸੇਗਾ ਕਿ ਨੱਕ ਸ਼ੀਸ਼ੇ ਦਾ ਹੋ ਗਿਆ, ਇੱਕ ਹੀਰੇ ਦੀ ਤਰ੍ਹਾਂ ਚਮਕਦਾ ਹੈ। ਇਸ ਦੇ ਆਰ ਪਾਰ ਆਪਾਂ ਨੂੰ ਦਿਸਣਾ ਸ਼ੁਰੂ ਹੋ ਜਾਏਗਾ। ਤੇ ਉਹ ਜੋ ਇਸ ਪਾਸੇ ਪ੍ਰਕਾਸ਼ ਦਿਸੇਗਾ ਉਹ ਆਪਣੀ ਜੋਤ ਹੈ। ਤੇ ਉਸ ਨੂੰ ਪਹਿਚਾਣ ਕੇ ਤੇ ਆਪਾਂ ਇੱਥੇ ਸਾਰੇ ਪਹਿਚਾਣ ਸਕਦੇ ਹਾਂ ਕਿ ਹਰ ਥਾਂ ਤੇ ਮਾਲਕ ਹੈ। ਉਸ ਨੂੰ ਜਾਣਨ ਵਾਸਤੇ ਆਪਣੀ ਜੋਤ ਨੂੰ ਜਾਣਨਾ ਜ਼ਰੂਰੀ ਹੈ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਆਓ ਗੁਰੂ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ। ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।